ਬੱਚਿਓ, ਅੱਜ ਮੈਂ ਤੁਹਾਨੂੰ ਪਾਠ ਨੰਬਰ 18ਵਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਸਮਝਾ ਰਿਹਾ ਹਾਂ, ਜਿਸ ਦੇ ਲੇਖਕ ਹਨ ਨਰਿੰਦਰ ਸਿੰਘ ਦੁੱਗਲ ਅਤੇ ਜਸਬੀਰ ਕੌਰ। ਬੱਚਿਓ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਸੀ? ਬੱਚਿਓ, ਉਹਨਾਂ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਸ ਪਾਠ ਵਿੱਚ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ, ਉਹਨਾਂ ਦੇ ਜੀਵਨ ਤੇ ਬਚਪਨ ਬਾਰੇ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਨੌਵੇਂ ਗੁਰੂ ਜੀ ਦੀ ਤਲਾਸ਼ ਕਿਸ ਨੇ ਤੇ ਕਿਵੇਂ ਕੀਤੀ। ਉਹਨਾਂ ਦੀ ਯਾਦ ਵਿੱਚ ਚਾਂਦਨੀ ਚੌਕ ਦਿੱਲੀ ਵਿਖੇ ਸੀਸਗੰਜ ਨਾਂ ਦਾ ਗੁਰਦੁਆਰਾ ਵੀ ਬਣਾਇਆ ਗਿਆ ਹੈ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਔਰੰਗਜ਼ੇਬ, ਜੋ ਇੱਕ ਜ਼ਾਲਮ ਮੁਗਲ ਬਾਦਸ਼ਾਹ ਸੀ, ਨੇ ਕਸਮ ਖਾਧੀ ਹੋਈ ਸੀ ਕਿ ਉਹ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਹੀ ਛੱਡੇਗਾ। ਕਸ਼ਮੀਰੀ ਪੰਡਤ ਬੜੇ ਪਰੇਸ਼ਾਨ ਸਨ। ਉਹ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਤੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਦੱਸਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਔਰੰਗਜ਼ੇਬ ਦੇ ਜ਼ੁਲਮ ਨੂੰ ਰੋਕ ਸਕਦੀ ਹੈ। ਉਸ ਵੇਲੇ ਬਾਲ ਗੋਬਿੰਦ ਰਾਏ, ਜੋ 9 ਸਾਲਾਂ ਦੇ ਸਨ, ਉਹਨਾਂ ਨੇ ਕਿਹਾ ਸੀ, ਪਿਤਾ ਜੀ, ਇਸ ਵੇਲੇ ਆਪ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪ ਆਪਣੇ ਸਪੁੱਤਰ ਦੇ ਮੂੰਹੋਂ ਇਹ ਦਲੇਰੀ ਭਰੇ ਸ਼ਬਦ ਸੁਣ ਕੇ 5 ਸਿੱਖਾਂ ਨੂੰ ਨਾਲ ਲੈ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਨੂੰ ਤੁਰ ਪਏ ਸਨ। ਜ਼ਾਲਮਾਂ ਨੇ ਜ਼ਰਾ ਵੀ ਨਾ ਸੋਚਿਆ, ਆਪ ਦਾ ਸਿਰ ਸਰੀਰ ਨਾਲੋਂ ਅਲੱਗ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਆਪ ਜੀ ਦੇ ਦਾਦਾ ਜੀ ਦਾ ਨਾਂ ਗੁਰੂ ਅਰਜਨ ਦੇਵ ਜੀ ਸੀ। ਆਪ ਦੇ ਇੱਕ ਭੈਣ ਤੇ 4 ਭਰਾ ਸਨ। ਜਦੋਂ ਆਪ ਥੋੜੇ ਵੱਡੇ ਹੋਏ ਤਾਂ ਆਪ ਦਾ ਸਿੱਖਿਆ ਦਾ ਪ੍ਰਬੰਧ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਕੋਲ ਕਰ ਦਿੱਤਾ ਗਿਆ। ਆਪ ਨੇ ਕਿਤਾਬੀ ਸਿੱਖਿਆ ਦੇ ਨਾਲ ਨਾਲ ਗੱਤਕਾ, ਘੋੜਸਵਾਰੀ, ਤਲਵਾਰਬਾਜ਼ੀ ਵੀ ਸਿੱਖ ਲਈ। ਆਪ ਦਾ ਬਚਪਨ ਦਾ ਨਾਂ ਤਿਆਗਮਲ ਸੀ। ਇੱਕ ਵਾਰ ਆਪ ਨੇ ਤਲਵਾਰ ਦੇ ਉਹ ਕਮਾਲ ਵਿਖਾਏ ਕਿ ਪਿਤਾ ਜੀ ਬੜੇ ਖੁਸ਼ ਹੋ ਗਏ ਤੇ ਉਹਨਾਂ ਨੇ ਆਪ ਦਾ ਨਾਂ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਆਪ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ। ਜਦੋਂ 8ਵੇਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਹ ਬੁਖਾਰ ਦੀ ਬੇਹੋਸ਼ੀ ਵਿੱਚ ਐਨੇ ਸ਼ਬਦ ਕਹਿ ਕੇ ਬਾਬਾ ਬਕਾਲੇ ਕਹਿ ਕੇ ਚਲੇ ਗਏ। ਸੰਗਤਾਂ ਆਪਣੇ 9ਵੇਂ ਗੁਰੂ ਜੀ ਦੀ ਤਲਾਸ਼ ਵਿੱਚ ਬਕਾਲੇ ਪਿੰਡ ਵਿੱਚ ਪੁੱਜ ਗਈਆਂ। ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਕਈ ਪਖੰਡੀ ਗੁਰੂ ਪੈਦਾ ਹੋ ਗਏ ਤੇ ਆਪਣੇ ਗੁਰੂ ਹੋਣ ਦਾ ਦਾਅਵਾ ਕਰਨ ਲਈ 22 ਵਿਅਕਤੀ ਤਿਆਰ ਹੋ ਗਏ। ਸਾਰੇ ਆਪਣੇ ਆਪ ਨੂੰ ਅਸਲੀ ਗੁਰੂ ਕਹਿ ਰਹੇ ਸਨ, ਪਰੰਤੂ ਅਸਲੀ ਗੁਰੂ ਦਾ ਕਿਸੇ ਨੂੰ ਕੁਝ ਨਹੀਂ ਸੀ ਪਤਾ। ਸਾਰੇ ਲੋਕ ਪਰੇਸ਼ਾਨ ਸਨ। ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਉਹ ਇੱਕ ਵਪਾਰੀ ਸੀ। ਇੱਕ ਵਾਰ ਉਸ ਦਾ ਸਮਾਨ ਨਾਲ ਭਰਿਆ ਬੇੜਾ ਯਾਨੀ ਕਿ ਕਿਸ਼ਤੀ ਸਮੁੰਦਰ ਵਿੱਚ ਤੂਫਾਨ ਦੀ ਲਪੇਟ ਵਿੱਚ ਆ ਕੇ ਡੁੱਬਣ ਲੱਗੀ। ਉਸ ਨੇ ਉਸ ਵੇਲੇ ਸੁਖਣਾ ਸੁਖੀ, ਹੇ ਵਾਹਿਗੁਰੂ, ਮੈਨੂੰ ਬਚਾ। ਉਹ ਰੱਬ ਅੱਗੇ ਫਰਿਆਦ ਕਰਨ ਲੱਗਿਆ ਕਿ ਮੈਂ 500 ਮੋਹਰਾਂ ਸੋਨੇ ਦੀਆਂ ਗੁਰੂ ਘਰ ਚੜਾਵਾਂਗਾ। ਗੁਰੂ ਦੀ ਕਿਰਪਾ ਨਾਲ ਉਹ ਬੇੜਾ ਜਿਹੜਾ ਸੀ ਉਹ ਕਿਨਾਰੇ ਲੱਗ ਗਿਆ। ਉਹ ਆਪਣੀ ਸੁਖਣਾ ਸੁਖਣ ਲਈ ਬਕਾਲੇ ਪੁੱਜ ਗਿਆ। ਉਸ ਨੇ ਉੱਥੇ ਗੁਰੂ ਹੋਣ ਦਾ ਦਾਅਵਾ ਕਰ ਰਹੇ ਗੁਰੂਆਂ ਦੀਆਂ 22 ਮੰਜੀਆਂ ਲੱਗੀਆਂ ਵੇਖੀਆਂ। ਉਹ ਆਪਣੇ ਗੁਰੂ ਦੀ ਤਲਾਸ਼ ਕਰਨ ਲਈ ਸਭ ਦੇ ਅੱਗੇ 5-5 ਮੋਹਰਾਂ ਰੱਖਦਾ ਗਿਆ। ਕਿਸੇ ਨੇ ਨਾ ਕਿਹਾ ਕਿ ਉਸ ਨੇ 500 ਮੋਹਰਾਂ ਸੁੱਖੀਆਂ ਸਨ ਤਾਂ ਇਹ 5 ਮੋਹਰਾਂ ਕਿਉਂ? ਆਖਰ ਉਹ ਇੱਕ ਭੋਰੇ ਵਿੱਚ ਤਪੱਸਿਆ ਕਰ ਰਹੇ ਮਹਾਂਪੁਰਖ ਨੂੰ ਮਿਲਿਆ। ਉਸ ਨੇ ਉਹਨਾਂ ਅੱਗੇ ਵੀ 5 ਮੋਹਰਾਂ ਰੱਖੀਆਂ। ਜਦੋਂ ਉਹ ਮੁੜਨ ਲੱਗਾ ਤਾਂ ਉਹ ਮਹਾਂਪੁਰਸ਼ ਬੋਲ ਪਏ, ਮੱਖਣ ਸ਼ਾਹ, ਇਹ ਕੀ, ਤੁਸੀਂ ਸੁੱਖੀਆਂ ਤਾਂ 500 ਮੋਹਰਾਂ ਸਨ, ਫਿਰ ਇਹ 5 ਕਿਉਂ? ਮੱਖਣ ਸ਼ਾਹ ਉਸ ਮਹਾਂਪੁਰਸ਼ ਕੋਲੋਂ ਇੰਨੇ ਸ਼ਬਦ ਸੁਣ ਕੇ ਕਹਿਣ ਲੱਗਾ, ਗੁਰੂ ਲਾਦੋ ਰੇ
ਭਾਵ ਮੈਂ ਆਪਣੇ ਗੁਰੂ ਨੂੰ ਲੱਭ ਲਿਆ ਹੈ। ਬਸ ਸੰਗਤਾਂ ਦਾ ਜਿਹੜਾ ਸ਼ੱਕ ਸੀ ਉਹ ਦੂਰ ਹੋ ਗਿਆ। ਸੰਗਤਾਂ ਆ ਕੇ ਆਪਣੇ ਗੁਰੂ ਦੇ ਚਰਨੀ ਢਹਿ ਪਈਆਂ। ਉਸ ਦਿਨ ਤੋਂ ਆਪ ਸਿੱਖਾਂ ਦੇ ਨੌਵੇਂ ਗੁਰੂ ਦੇ ਰੂਪ ਵਿੱਚ ਗੁਰੂ ਗੱਦੀ ਤੇ ਬਿਰਾਜਮਾਨ ਹੋ ਗਏ। ਇਸ ਤੋਂ ਪਿੱਛੋਂ ਆਪ ਧਰਮ ਪ੍ਰਚਾਰ ਲਈ ਦੂਰ ਦੂਰ ਤੱਕ ਜਾਣ ਲੱਗੇ। ਜਦੋਂ 1666 ਈਸਵੀ ਵਿੱਚ ਬਾਲ ਗੋਬਿੰਦ ਰਾਏ ਦਾ ਪਟਨੇ ਵਿਖੇ ਜਨਮ ਹੋਇਆ, ਉਸ ਵੇਲੇ ਵੀ ਆਪ ਧਰਮ ਪ੍ਰਚਾਰ ਲਈ ਗਏ ਹੋਏ ਸਨ। 1672 ਈਸਵੀ ਵਿੱਚ ਆਪ ਬਾਲ ਗੋਬਿੰਦ ਰਾਏ ਨੂੰ ਲੈ ਕੇ ਪੰਜਾਬ ਵਾਪਸ ਆ ਗਏ। ਆਪ ਨੇ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ, ਜੋ ਬਾਅਦ ਵਿੱਚ ਅਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਆਪ ਦੀ ਵੱਧਦੀ ਹੋਈ ਪ੍ਰਸਿੱਧੀ ਸਮੇਂ ਵੀ ਮੁਗਲ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਜਦੋਂ ਆਪ ਔਰੰਗਜ਼ੇਬ ਦੇ ਸਾਹਮਣੇ ਪੇਸ਼ ਹੋਏ ਤਾਂ ਆਪ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ। ਆਪ ਨੇ ਇਨਕਾਰ ਕਰ ਦਿੱਤਾ ਤੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸੀਸਗੰਜ ਨਾਂ ਦੇ ਗੁਰਦੁਆਰੇ, ਜਿੱਥੇ ਅੱਜ ਬਣਿਆ ਹੋਇਆ ਹੈ, ਉੱਥੇ ਸ਼ਹੀਦ ਕਰ ਦਿੱਤਾ ਗਿਆ ਸੀ। ਆਪ ਦੀ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਧੰਨਵਾਦ।